ਇਹ ਦੱਸੋ ਵੀਰ ਜੀ, ਮੱਝਾਂ ਦਾ ਕੰਮ ਕਿੰਨੇ ਸਾਲਾਂ ਤੋਂ ਕਰਦੇ ਪਏ ਹੋ? ਮੱਝਾਂ ਦਾ ਕੰਮ ਤੇ ਸਾਡੀਆਂ 3-4 ਪੀੜ੍ਹੀਆਂ ਗੁਜ਼ਰ ਚੁੱਕੀਆਂ ਨੇ ਇੱਥੇ ਕੰਮ 'ਚ। ਅੱਛਾ ਇਹਨਾਂ ਦੇ ਢੱਗੇ ਛੱਗੇ ਰੱਖੇ ਹਨ ਤੇ ਹੁਣ ਹੀ ਆ ਸ਼ੌਕ ਪਿਆ। ਅੱਛਾ 7-8 ਸਾਲ ਤੋਂ। ਅਗਰ ਪੁੱਛਾਂ ਰੋਜ਼ ਦਾ ਇੱਕ ਮੱਝ ਤੇ ਕਿੰਨਾ ਕੁ ਖਰਚਾ ਆ ਜਾਂਦਾ ਏ ਤੇ ਕੀ ਦੱਸੋਗੇ? ਦੱਸਾਂਗੇ, ਜੋ ਮਈ ਖਾਂਦੀ ਆ ਉਹ ਦੱਸਾਂਗੇ ਜ਼ਰੂਰ ਹਰ ਸੂਰਤ 'ਚ। ਦੱਸੋ ਫਿਰ ਕਿੰਨਾ ਕੁ ਖਰਚਾ ਆ ਜਾਂਦਾ ਹੈ? ਖਰਚਾ ਇਹਦਾ ਵੀ 5 ਕਿਲੋ ਖਾਦ ਲਾ ਲਓ 250 ਰੁਪਏ ਦੀ। 250 ਰੁਪਏ ਦੀ, ਠੀਕ ਹੈ। ਤੇ 2 ਕਿਲੋ ਚੋਖਰ ਜਿਹੜਾ ਉਹ 80 ਰੁਪਈਆਂ ਦਾ। ਜੀ ਜੀ, ਠੀਕ ਹੈ ਨਾ। ਇਹ ਰੁਪਈਆ ਤਕਰੀਬਨ ਬਣ ਜਾਂਦਾ ਕੋਈ 320 ਰੁਪਏ। 400 ਦੇ ਥੱਲੇ ਥੱਲੇ ਖਰਚਾ ਹੈ। ਕੀ ਸਮਝਦੇ ਹੋ ਕਿ 400 ਖਾ ਕੇ ਤੇ 400 ਮੱਝ ਦੇ ਛੱਡਦੀ ਹੈ? ਨਹੀਂ, ਮਈ ਜੇ ਹਲਾਲ ਦੀ ਹੋਵੇ ਤੇ ਉਹ ਰੁਪਈਆ 1000 ਲਾਜ਼ਮੀ ਬਣਾਉਂਦੀ ਹੈ। ਤੇ ਫਿਰ ਤੇ ਮਈਆਂ ਨਾ ਹੋਈਆਂ ਤੁਹਾਡੀਆਂ ATM ਮਸ਼ੀਨਾਂ ਹੋਈਆਂ। बिस्मिल्लाहिर्रहमानिर्रहीम। अस्सलाम वालेकुम व्यूअर्स, मौजूद व्यूअर्स, एक और बफलो फार्म पर मौजूद हूँ जो डेयरी फार्मिंग नस्ल दर नस्ल कर रहे थे, लेकिन 8 साल से बफलो फार्मिंग कर रहे हैं। इनसे करेंगे गुफ्तगू और जानेंगे 8 साल का अरसा कैसा रहा और इनके फ्यूचर के प्लान क्या हैं। आपसे करता हूँ रिक्वेस्ट, वीडियो को लास्ट तक देखें, इंशाल्लाह आपको सीखने को बहुत कुछ मिलेगा। तो चलें इस फार्म के ओनर से करते हैं गुफ्तगू। अस्सलाम वालेकुम। वालेकुम सलाम जी। सर की हाल है ਤੁਹਾਡਾ? अल्लाह दी बड़ी करने वाली है जी। सर आपका नाम? कमर साहब। कमर साहब किस इलाके से? मैं बोला बाजवा गाँव है। अच्छा कमर साहब, ਇਹ ਦੱਸੋ ਕਿ ਉਰਦੂ ਵਿੱਚ ਗੱਲ ਕਰ ਲੈਂਦੇ ਹੋ ਜਾਂ ਪੰਜਾਬੀ ਵਿੱਚ ਹੀ ਕਰੋਗੇ? ਅਸੀਂ ਮਾੜੀ ਕਮੀਨਾ ਦੇ ਆਦਮੀ ਆ, ਅਸੀਂ ਪੰਜਾਬੀ 'ਚ ਕਰਾਂਗੇ। ਇਹ ਦੱਸੋ ਵੀਰ ਜੀ, ਮੱਝਾਂ ਦਾ ਕੰਮ ਕਿੰਨੇ ਸਾਲਾਂ ਤੋਂ ਕਰਦੇ ਪਏ ਹੋ? ਮੱਝਾਂ ਦਾ ਕੰਮ ਤੇ ਸਾਡੀਆਂ 3-4 ਪੀੜ੍ਹੀਆਂ ਗੁਜ਼ਰ ਚੁੱਕੀਆਂ ਨੇ ਇੱਥੇ ਕੰਮ 'ਚ। ਅੱਛਾ ਇਹਨਾਂ ਦੇ ਢੱਗੇ ਛੱਗੇ ਰੱਖੇ ਹਨ ਤੇ ਹੁਣ ਹੀ ਆ ਸ਼ੌਕ ਪਿਆ। ਅੱਛਾ 7-8 ਸਾਲ ਤੋਂ। 7-8 ਸਾਲਾਂ ਦਾ ਤਜਰਬਾ ਕਿਸ ਤਰ੍ਹਾਂ ਦਾ ਗੁਜ਼ਰਿਆ? ਅੱਛਾ ਹੀ ਗੁਜ਼ਰਿਆ ਜੀ। ਖੁਸ਼ ਹੋ ਆਪਣੇ ਕੰਮ ਤੇ ਜਾਂ ਨਾ ਖੁਸ਼ ਹੋ? ਬੜੀ ਅੱਲਾ ਦੀ ਕਰਨ ਵਾਲੀ ਹੈ ਜੀ, ਬੜੇ ਹੀ ਖੁਸ਼ ਹਾਂ ਜੀ। ਮਾਸ਼ਾਅੱਲਾ। ਪਹਿਲਾਂ ਤੇ ਇਸ ਕਾਰੋਬਾਰ ਦੀ ਇੱਕ ਖੂਬੀ ਦੱਸੋ ਤੇ ਇੱਕ ਖਾਮੀ ਦੱਸੋ। ਖੂਬੀ ਇਹ ਵਾ ਵੀ ਕੰਮ ਤੇ ਚੰਗਾ। ਅੱਛਾ। ਜੇ ਜੀ ਹੁਣ ਆਪਣੇ ਜੀ, ਚਾਲੀ ਛੜੀ ਆਪਣੀ ਹੋਏ, ਗੱਡੀ ਛੱਡੀ ਰੱਖੀ ਹੋਏ, ਸੰਦਰ ਸਾਰੇ ਕੋਲ ਹੋਣ, ਇਹਦੇ ਵਰਗਾ ਕੰਮ ਹੀ ਦੁਨੀਆ ਤੇ ਕੋਈ ਨਹੀਂ। ਠੀਕ ਹੈ, ਚੰਗਾ। ਦੋਵਾਂ ਵੇਲਿਆਂ ਦੀ ਖੇਤੀ ਆ ਜੀ ਜੀ, ਤੇ ਬਹੁਤ ਚੰਗਾ ਕੰਮ ਹੈ। ਜਿਹਨੂੰ ਸਿੱਧਾ ਪੈ ਜੇ ਉਹਨੂੰ ਤੇ ਲੈ ਕੇ ਤੇ ਉੱਠ ਪੈਂਦਾ। ਮਾਸ਼ਾਅੱਲਾ। ਇਹ ਦੱਸੋ ਕਿ ਇਸ ਕਾਰੋਬਾਰ ਦੇ ਵਿੱਚ ਆਮ ਤੌਰ ਤੇ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ? ਮੁਸ਼ਕਲ ਇਹ ਹੀ ਹੈ ਵੀ ਮਹੀਂ ਬੇਵੰਨੀ ਹੋ ਜੇ ਅੱਛਾ। ਤੇ ਉਹਨੂੰ ਗੱਲ ਨਾ ਲਾਓ, ਉਹਨੂੰ ਬੰਨ ਲਵਾਓ ਜੀ। ਕੋਸ਼ਿਸ਼ ਤੇ ਇਹ ਕਰੋ ਵੀ ਮਹੀਂ ਨਗਲ ਲਵੋ, ਨਗਲ ਲੈ ਕੇ ਸੁਆ ਲਾਓ ਉਹਦਾ। ਜੀ। ਤੇ ਮਹੀਂ ਦੁੱਧ ਵਾਸਤੇ ਰੱਖਣੀ ਹੋਏ ਤੇ ਚੋਚਵਾ ਕੇ ਲਵੋ। ਜੀ, ਯਾਨੀ ਕਿ ਜਾਨਵਰ ਲਓ ਤੇ ਪੂਰੀ ਗਰੰਟੀ ਵਾਰੰਟੀ ਨਾਲ ਲਓ, ਚੈੱਕ ਕਰਕੇ ਲਓ। ਅੱਛਾ ਐਤ ਕਮਰ ਭਾਈ ਦੱਸੋ, ਤੁਹਾਡੇ ਕੋਲ ਮਾਸ਼ਾਅੱਲਾ ਟੋਟਲ ਜਾਨਵਰ ਕਿੰਨੇ ਜੇ? ਮੇਰੇ ਕੋਲ ਜੀ ਅਲਹਮਦੁਲਿਲਾ 13 ਮਈਆਂ ਨੇ। ਕਿਹੜੀ ਨਸਲ ਦੀਆਂ ਜੇ? ਮੈਂ ਉਧਰੋਂ ਲਿਆਉਣਾ ਜੀ, ਆਰਫ ਵਾਲੀ ਮਈਆਂ। ਆਰਫ ਵਾਲੋਂ ਤੋਂ ਲੈ ਕੇ ਆਉਂਦੇ ਹੋ? ਹਾਂਜੀ। ਅੱਛਾ, ਮੱਝਾਂ ਲੈਣਾ, ਮੱਝਾਂ ਦਾ ਚਨਾਓ ਇੱਕ ਔਖਾ ਕੰਮ ਹੈ, ਸਿਆਣੇ ਬੰਦੇ ਦਾ ਕੰਮ ਹੈ। ਹਾਂਜੀ। ਤੁਸੀਂ ਮੱਝਾਂ ਦਾ ਚਨਾਓ ਆਸਾਨੀ ਨਾਲ ਕਰ ਲੈਂਦੇ ਹੋ? ਇਹ ਅਲਹਮਦੁਲਿਲਾ ਜੀ ਬੜੇ ਸ਼ੌਕ ਨਾਲ, ਔਰ ਸ਼ੁਰੂ ਤੋਂ ਮੇਰਾ ਸ਼ੌਕ ਰਿਹਾ ਇਸ ਚੀਜ਼ਾਂ ਦੇ ਕਾਰੋਬਾਰ ਦਾ। ਅੱਜ ਤੱਕ ਮੱਝਾਂ ਦੇ ਵਪਾਰ, ਮੱਝਾਂ ਦੀ ਖਰੀਦੋ ਫਰੋਖਤ ਵਿੱਚ ਕਿਸੇ ਧੋਖੇ ਦਾ ਸਾਹਮਣਾ ਤੇ ਨਹੀਂ ਕਰਨਾ ਪਿਆ? ਬੜੇ ਧੋਖੇ ਹੋਏ ਨੇ ਜੀ, ਅੱਲਾ ਵਾਲਿਓ। ਤੇ ਹੁਣ ਸਿਆਣੇ ਹੋ ਗਏ, ਹੁਣ ਧੋਖਾ ਨਹੀਂ ਖਾਓਗੇ ਅੱਗੋਂ? ਨਹੀਂ ਅਲਹਮਦੁਲਿਲਾ। ਆਮ ਤੌਰ ਤੇ ਕਮਰ ਸਾਹਿਬ, ਮੱਝਾਂ ਦੇ ਖਰੀਦੋ ਫਰੋਖਤ ਵਿੱਚ ਕਿਹੜੇ ਧੋਖਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ? ਧੋਖਾ ਇਹ ਹੀ ਆ ਵੀ ਜਦੋਂ ਕਿਸੇ ਦੇ ਬੰਦਾ ਤਬਾਰ ਕਰ ਜੇ ਉਦੋਂ ਧੋਖੇ 'ਚ ਆ ਜਾਂਦਾ। ਇਹ ਇਤਬਾਰ ਨਹੀਂ ਕਰਨਾ ਚਾਹੀਦਾ ਨਾ, ਪੂਰੀ ਸ਼ਾਨ ਫਟਕ ਕਰ ਲੈਣੀ ਚਾਹੀਦੀ ਹੈ। ਨਹੀਂ, ਚੋਚਵਾ ਕੇ ਆਪਣੀ ਹੱਥੀ 2 ਟਾਈਮ ਲਵੋ, ਅਲਹਮਦੁਲਿਲਾ ਉਹਦੇ 'ਚ ਘਾਟਾ ਨਹੀਂ ਪੈ ਸਕਦਾ। ਠੀਕ। ਇਹ ਦੱਸੋ ਕਿ ਟੋਟਲ ਜਾਨਵਰਾਂ ਵਿੱਚੋਂ ਕਿੰਨੇ ਜਾਨਵਰ ਦੁੱਧ ਭੇਜ ਦਿੰਦੇ ਨੇ? ਜੀ 9 ਮਈਆਂ ਦੁੱਧ ਭੇਜਣੀਆਂ ਨੇ, ਬਾਕੀ ਜਿਹੜੀਆਂ ਨੇ ਉਹ ਸੂਣ ਵਾਲੀਆਂ ਨੇ। ਠੀਕ। ਉਹਦਾ ਅਲਹਮਦੁਲਿਲਾ ਕੋਈ 2 ਮਹੀਨਿਆਂ ਤੱਕ, ਕੋਈ ਮਹੀਨੇ ਤੱਕ, ਕੋਈ 4 ਮਹੀਨਿਆਂ ਦੀ ਗੱਭਣ ਹੈ। ਠੀਕ। ਉਹ ਵੀ ਨਾਲ ਕੋਈ 2-2 ਕਿਲੋ ਦੁੱਧ ਦਿੰਦੀਆਂ ਨੇ ਪਈਆਂ। ਤੁਹਾਡੀਆਂ ਮੱਝਾਂ ਆਮ ਤੌਰ ਤੇ ਸੂਣ ਤੋਂ ਬਾਅਦ ਕਿੰਨੇ ਕੁ ਮਹੀਨੇ ਦੁੱਧ ਛੱਡਦੀਆਂ ਨੇ? ਇਹ ਜੀ ਅਲਹਮਦੁਲਿਲਾ ਬਣ ਤੱਕ 8ਵੇਂ ਮਹੀਨੇ ਤੱਕ ਵੀ ਮਈਆਂ ਦੁੱਧ ਦਿੰਦੀਆਂ ਨੇ। ਵਿੱਚ 6-7 ਮਈਆਂ ਐਸੀਆਂ ਨੇ ਜਿਹੜੀਆਂ ਬਣ ਕੇ 8 ਮਹੀਨੇ ਤੱਕ ਵੀ ਦੁੱਧ ਦਿੰਦੀਆਂ ਨੇ। ਮਾਸ਼ਾਅੱਲਾ। ਸੁੱਕਾ ਪੀਰੀਅਡ ਫਿਰ ਥੋੜਾ ਜਿਹਾ ਹੋਇਆ ਨਾ? ਹਾਂਜੀ। 2 ਮਹੀਨੇ ਜੀ, 2-2.5 ਮਹੀਨੇ। ਹਾਂਜੀ। ਅੱਛਾ, ਸੁੱਕੇ ਪੀਰੀਅਡ ਵਿੱਚ ਜਾਨਵਰ ਦੀ ਕੇਅਰ ਕਰਦੇ ਹੋ ਕਿ ਉਹਨਾਂ ਨੂੰ ਸਾਈਡ ਤੇ ਕਰ ਛੱਡਦੇ ਹੋ? ਇਹਨਾਂ ਦੀ ਅਲਹਮਦੁਲਿਲਾ ਵੰਡਾ ਰੂਟੀਨ ਨਾ ਪਾਈਦਾ, ਮਈ ਦਾ ਖੰਜਾਈਦਾ ਨਹੀਂ। ਅੱਛਾ। ਤੇ ਹਰ ਰੋਜ਼ ਬਿਨਾਂ ਨਾਗਾ ਪਾਈਦਾ। ਤੁਹਾਡੇ ਕੋਲ ਇਹ ਮੱਝਾਂ ਵਿੱਚੋਂ ਕਿਸੇ ਮੱਝ ਨੇ ਵੱਧ ਤੋਂ ਵੱਧ ਦੁੱਧ ਕਿੰਨਾ ਕੁ ਦਿੱਤਾ ਹੈ? ਮੇਰੇ ਕੋਲ ਅਲਹਮਦੁਲਿਲਾ ਇਹ ਮੱਝ ਮੇਰੇ ਸਾਹਮਣੇ ਖਲੋਤੀ, ਇਹ ਵਾਲੀ। ਹਾਂਜੀ। ਇਹਨੇ ਦੁੱਧ ਦਿੱਤਾ 23-24 ਕਿਲੋ। ਮਾਸ਼ਾਅੱਲਾ ਜੀ, 23 ਤੇ 24 ਕਿਲੋ ਦੁੱਧ ਦੇਣ ਵਾਲੀ ਮੱਝ ਦਾ ਦੀਦਾਰ ਕਰੋ। ਜਿਹੜੇ ਕਿਸਾਨ ਵੀਰ ਕਹਿੰਦੇ ਨੇ ਕਿ 23-24 ਲੀਟਰ ਮੱਝਾਂ ਦੁੱਧ ਨਹੀਂ ਦਿੰਦੀਆਂ, ਤੁਹਾਡੇ ਸਾਹਮਣੇ ਨੇ ਕਮਰ ਸਾਹਿਬ।
ਇਹਨਾਂ ਦਾ ਦਾਵਾ ਹੈ ਕਿ ਹਰ ਬੰਦਾ ਇੱਥੇ ਆ ਕੇ ਅਗਰ ਉਹਨੂੰ ਬੜਾ ਚਾਅ ਹੈ, ਉਹਨੂੰ ਲੱਗਦਾ ਹੈ ਕਿ ਗਲਤ ਬਿਆਨੀ ਹੈ, ਤੇ ਇੱਥੇ ਆ ਕੇ ਆਪਣੀ ਤਸੱਲੀ ਕਰ ਲਵੇ। 23-24 ਕਿਲੋ ਦੁੱਧ ਦੇਗੀ। ਅੱਛਾ, ਇਹਦੇ ਦੂਸਰੇ ਨੰਬਰ ਤੇ ਕੋਈ ਮੱਝ ਕਿੰਨਾ ਕੁ ਦੁੱਧ ਪੀ ਦਿੰਦੀ ਜੇ? ਉਹ ਲਾ ਲਿਓ ਕੋਈ ਮਈ 14 ਕੁ ਸਿਰ ਦੁੱਧ ਦਿੰਦੇ ਹੀ ਹੈ। 14 ਕੁ। ਇਹਦੇ ਨਾਲ ਦੀਆਂ 3 ਮਈਆਂ ਮੈਂ ਵੇਚ ਬੈਠਾ। ਉਸ ਤੋਂ ਬਾਅਦ ਨਾ ਮੇਰੇ ਦੋਧੀ ਦਾ ਦੁੱਧ ਹੀ ਪੂਰਾ ਹੋਇਆ ਅੱਛਾ, ਤੇ ਨਾ ਮੈਨੂੰ ਕੋਈ ਐਡਾ ਕੰਮ ਚੰਗਾ ਹੀ ਲੱਗਾ ਹੈ। ਇਹ ਤੁਹਾਡੇ ਦੋਧੀ ਨੇ? ਹਾਂਜੀ, ਬਿਸਮਿਲ੍ਲਾ ਜੀ। ਅੱਛਾ, ਕਿਸ ਤਰ੍ਹਾਂ ਜੀ ਦੁੱਧ ਲੈ ਰਹੇ ਹੋ ਇਹਨਾਂ ਕੋਲੋਂ? ਇਹਨਾਂ ਕੋਲ ਲੈ ਰਹੇ ਹਾਂ ਜੀ 90 ਰੁਪਏ। ਤੇ ਅੱਗੇ ਵੇਚਦੇ ਕਿੰਨਾ ਕੋ? 100 ਰੁਪਏ 100 ਰੁਪਏ ਜੀ। ਤੇ ਗੁਜ਼ਾਰਾ ਹੋ ਜਾਂਦਾ ਹੈ ਇਨਸ਼ਾਅੱਲਾ, ਅਲਹਮਦੁਲਿਲਾ। ਅੱਛਾ, ਤੁਸੀਂ ਕਮਰ ਸਾਹਿਬ ਦੱਸੋ, ਤਜਰਬਾ ਤੁਹਾਡਾ ਚੌਖਾ ਹੈ, ਮਜ਼ੇਦਾਰ ਗੱਲਾਂ ਪੇ ਕਰਦੇ ਹੋ। ਦੱਸੋ ਕਿ ਇਹ ਮੱਝਾਂ ਦੀਆਂ ਬਿਮਾਰੀਆਂ, ਮਸਲੇ ਕਿਹੜੇ-ਕਿਹੜੇ ਤੁਹਾਡੀ ਨਜ਼ਰ ਵਿੱਚ ਆਏ ਨੇ? ਮਈਆਂ ਨੂੰ ਮਸਲੇ ਤੇ ਬੜੇ ਸਾਰੇ ਹੋ ਜਾਂਦੇ ਨੇ ਜੀ ਤੇ ਜੇ ਬੰਦਾ ਸ਼ੌਕ ਨਾਲ ਔਰ ਦਿਮਾਗ ਰੱਖ ਕੇ ਕਾਰੋਬਾਰ ਕਰੇ ਜੀ, ਇਹ ਮਸਲੇ ਆਪ ਵੀ ਬੰਦਾ ਖੁਦ ਹੱਲ ਕਰ ਸਕਦਾ। ਡੰਗਰਾਂ ਦੇ ਜੀ। ਡਾਕਟਰ ਦੀ ਨੌਬਤ ਨਹੀਂ ਪੈਂਦੀ। ਆਮ ਤੌਰ ਤੇ ਅਗਰ ਕੋਈ ਬੰਦਾ ਇਹ ਕਾਰੋਬਾਰ ਕਰਨਾ ਚਾਹੁੰਦਾ ਹੈ ਤੇ ਉਹਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਪਤਾ ਹੋਣਾ ਚਾਹੀਦਾ ਹੈ? ਮਈ ਦੀ ਪਹਿਲਾਂ ਤੇ ਵੰਡ ਦਾ ਪਤਾ ਹੋਣਾ ਚਾਹੀਦਾ। ਜੀ ਮਈ ਦੇ ਰੁੱਖ ਚਾਹੀਦਾ ਪਤਾ ਹੋਣਾ ਚਾਹੀਦਾ ਜੀ। ਔਰ ਮਈ ਦੀ ਨਸਲ ਦਾ ਪਤਾ ਹੋਣਾ ਚਾਹੀਦਾ। ਕਿੰਨੇ ਕੁ ਸੂਏ ਮਈ ਦੁੱਧ ਦੇ ਛੱਡਦੀ ਹੈ? ਮਈ ਦੁੱਧ ਤੇ ਚੰਗਾ ਜਿਹੜੀ ਆ ਉਹ 3 ਕੁ ਸੂਏ ਦਿੰਦੀ ਆ, ਪਹਿਲਾਂ ਤੋਂ ਲੈ ਕੇ 3 ਸੂਏ ਤੇ। ਔਰ ਚੰਗੀ ਝੋਟੀ ਜਿਹੜੀ ਵਸਦੀ ਆ ਉਹ ਪਹਿਲਾਂ ਦੂਜਣੀ ਵਸਦੀ ਆ। ਅੱਛਾ, ਅੱਗੂ ਦੁੱਧ ਘਟਾਉਣਾ ਸ਼ੁਰੂ ਹੋ ਜਾਂਦੀ ਹੈ ਜੀ, ਉਮਰ ਦੇ ਦਹਾਜ ਨਾਲ ਫਿਰ ਪਿਛਾਂ ਨੂੰ ਹਟਦੀਆਂ ਜਾਂਦੀਆਂ ਨੇ। ਅੱਗੇ ਫਿਰ ਜੋ ਮੱਝ ਤੀਸਰਾ ਚੌਥਾ ਸੂਆ ਟੱਪਦੀ ਹੈ ਤੇ ਉਸ ਤੋਂ ਬਾਅਦ ਮੱਝ ਸੇਲ ਕਰ ਛੱਡਣੀ ਚਾਹੀਦੀ ਹੈ? ਹਾਂਜੀ, ਸੇਲ ਕਰ ਛੱਡਣੀ ਚਾਹੀਦੀ ਹੈ। ਅੱਛਾ, ਮੱਝ ਜਿਉਂ-ਜਿਉਂ ਸੂਆ ਵਧਾਏਗੀ ਉਹਦਾ ਦੁੱਧ ਦੀ ਪੈਦਾਵਾਰ ਘਟਦੀ ਜਾਏਗੀ? ਜੀ ਬਿਲਕੁਲ ਜੀ। ਅੱਛਾ, ਦੁੱਧ ਵਧਾਉਣ ਦਾ ਨੁਸਖਾ ਵੀ ਦੱਸੋ। ਤੁਸੀਂ ਤੇ ਮੱਝਾਂ ਦੇ ਮਾਸ਼ਾਅੱਲਾ ਬੜੇ ਸਿਆਣੇ ਬੰਦੇ ਹੋ, ਮੱਝਾਂ ਦਾ ਦੁੱਧ ਵਧਾਉਣ ਦਾ ਕੋਈ ਫਾਰਮੂਲਾ, ਕੋਈ ਨੁਸਖਾ ਦੱਸੋ। ਫਾਰਮੂਲਾ ਇਹ ਹੀ ਆ ਵੀ ਇਹਨਾਂ ਨੂੰ ਗੁੜ ਗੰਢੇ ਦੇਈਦੇ ਨੇ ਅੱਛਾ ਤੇ ਵੰਡਾ ਛੰਡਾ ਧਿਆਨ ਨਾਲ ਪਾਈਦਾ, ਪੱਠਾ ਆਪਣੇ ਘਰ ਦਾ ਸਬਜ਼ ਪਾਈਦਾ ਜੀ। ਤੇ ਇਹੋ ਹੀ ਆ ਡੰਗਰ ਦੀ ਇਹ ਖੁਰਾਕ। ਗੁੜ ਗੰਡਾ ਦੇਣ ਦਾ ਤਰੀਕਾ ਤੇ ਫਾਇਦਾ ਕੀ ਹੈ? ਗੁੜ ਦਾ ਗੰਢਾ ਇਹਦੇ ਨਾਲ ਬਾਈ ਚੰਦਰੀ ਜ਼ਹਿਰ ਨਹੀਂ ਹੁੰਦਾ। ਅੱਛਾ, ਤੇ ਕਿੰਨੀ ਕੁ ਦੇਰ ਬਾਅਦ ਦਿੰਦੇ ਹੋ? ਇਹਨਾਂ ਨੂੰ ਚੌਥੇ ਪੰਜਵੇਂ ਦਿਨ ਅਸੀਂ ਅੱਗੇ ਹੀ ਸੁੱਟ ਛੱਡਨੇ ਆ, ਖਾ ਪੀ ਛੱਡਦੀਆਂ ਨੇ। ਨਹੀਂ, ਉਹ ਮਤਲਬ ਕਿਲੋਆਂ ਵਿੱਚ ਪਾਉਂਦੇ ਹੋ ਸਾਰੇ ਜਾਨਵਰਾਂ ਨੂੰ? ਨਹੀਂ, ਕੋਈ 5-6 ਕਿਲੋ ਲੈ ਕੇ ਤਾਂ ਸਾਰੇ ਡੰਗਰਾਂ ਕੇ ਸੁੱਟ ਛੀਦਾ। ਉਹ 2-2 ਪਾ ਡੇਢ ਪਾ ਆ ਜਾਂਦਾ ਉਹਨਾਂ ਨੂੰ। ਉਹਦਾ ਫਾਇਦਾ ਕੀ ਹੈ ਕਿ ਇਹਨਾਂ ਨੂੰ ਚੰਦਰੀ ਜ਼ਹਿਰ ਨਹੀਂ ਹੁੰਦਾ, ਕੋਈ ਮਸਲਾ ਮਸਾਇਲ ਨਹੀਂ ਹੁੰਦਾ? ਮਿਹਦੇ ਮੁੱਦੇ ਦਾ ਮਸਲਾ ਕੋਈ ਨਹੀਂ ਬਣਦਾ। ਹਿਫਾਜ਼ਤੀ ਟੀਕੇ ਵੀ ਲਵਾਉਂਦੇ ਹੋ? ਫਾਇਦੇ ਹਾਂਜੀ। ਅੱਛਾ, ਇਹਨਾਂ ਦੀ ਕਿਰਮ ਕਸ਼ੀ ਕਿੰਨੀ ਕੁ ਦੇਰ ਬਾਅਦ ਕਰਦੇ ਹੋ? 6 ਮਹੀਨਿਆਂ ਬਾਅਦ ਜੀ। 6 ਮਹੀਨੇ ਤੋਂ ਬਾਅਦ ਆਪ ਹੀ ਕਰ ਲੈਂਦੇ ਹੋ? ਹਾਂਜੀ, ਬੋਤਲ ਸ਼ੋਤਲ ਲੈ ਹੀ ਦੀ ਆ। ਅਵਲ ਅੱਛਾ। ਤੇ ਡਾਕਟਰ ਆਣ ਕੇ ਦੇ ਜਾਂਦੇ ਨੇ, ਜੇ ਨਾ ਦੇਣ ਤੇ ਫਿਰ ਆਪ ਖੁਦ ਖਰੀਦ ਲਈਦੀ ਆ। ਅੱਛਾ, ਖਲ ਵੰਡੇ ਵਿੱਚ ਕੀ ਕੀ ਪਾਉਂਦੇ ਹੋ? ਖਲ ਵੰਡੇ 'ਚ ਚੋਖਰ ਤੇ ਖਾਲੀ ਪਾਈ ਦੀ ਆ ਜੀ, ਲਾ ਲਿਓ। ਤੇ ਇੱਕ ਜਾਨਵਰ ਨੂੰ ਕਿੰਨੇ ਕੁ ਕਿਲੋ ਪਾ ਛੱਡਦੇ ਹੋ? ਤਕਰੀਬਨ 5 ਕਿਲੋ ਦੀ ਐਵਰੇਜ ਆ ਸਾਡੀ। ਅਗਰ ਪੁੱਛਾਂ ਰੋਜ਼ ਦਾ ਇੱਕ ਮੱਝ ਤੇ ਕਿੰਨਾ ਕੁ ਖਰਚਾ ਆ ਜਾਂਦਾ ਇਹ ਤੇ ਕੀ ਦੱਸੋਗੇ? ਦੱਸਾਂਗੇ, ਜੋ ਮਈ ਖਾਂਦੀ ਆ ਉਹ ਦੱਸਾਂਗੇ ਜ਼ਰੂਰ ਹਰ ਸੂਰਤਾਂ 'ਚ। ਦੱਸੋ ਫਿਰ ਕਿੰਨਾ ਕੁ ਖਰਚਾ ਆ ਜਾਂਦਾ ਹੈ? ਖਰਚਾ ਇਹਦਾ ਵੀ 5 ਕਿਲੋ ਖਾ ਲਾ ਲਓ 250 ਰੁਪਏ ਦੀ। 250 ਰੁਪਏ ਦੀ, ਠੀਕ ਹੈ। ਤੇ 2 ਕਿਲੋ ਚੋਖਰ ਜਿਹੜਾ ਉਹ 80 ਰੁਪਈਆਂ ਦਾ। ਜੀ ਜੀ। ਠੀਕ ਹੈ ਨਾ। ਇਹ ਰੁਪਈਆ ਤਕਰੀਬਨ ਬਣ ਜਾਂਦਾ ਕੋਈ 320 ਰੁਪਏ। 400 ਦੇ ਥੱਲੇ ਥੱਲੇ ਖਰਚਾ ਹਾਂਜੀ। ਹੈ। ਕੀ ਸਮਝਦੇ ਹੋ ਕਿ 400 ਖਾ ਕੇ ਤੇ 400 ਮੱਝ ਦੇ ਛੱਡਦੀ ਹੈ ਕਿ ਵੱਧ ਨਹੀਂ, ਦਿੰਦੀ? ਮਈ ਜੇ ਹਲਾਲ ਦੀ ਹੋਵੇ ਤੇ ਉਹ ਰੁਪਈਆ 1000 ਲਾਜ਼ਮੀ ਬਣਾਉਂਦੀ ਤੇ ਹੈ। ਫਿਰ ਤੇ ਮਈਆਂ ਨਾ ਹੋਈਆਂ ਤੁਹਾਡੀਆਂ ATM ਮਸ਼ੀਨਾਂ ਹੋਈਆਂ, ਇੰਜੀ ਗੱਲ ਏ। ਇਨਸ਼ਾਅੱਲਾ। ਅੱਛਾ, ਅੱਜ ਕੱਲ ਕਮਰ ਸਾਹਿਬ ਅਸੀਂ ਵੇਖਣੇ ਪਏ ਆ ਕਿ ਬੰਦੇ ਦੇ ਨਹਾਉਣ ਤੋਂ ਪਰਹੇਜ਼ ਕਰਦੇ ਨੇ, ਮਾਰੀ ਸਿਹਤ ਤੇ ਤੁਹਾਡੀ ਸਿਹਤ ਤੇ ਮਾਸ਼ਾਅੱਲਾ ਮਾੜੀ ਲੱਗਣੇ ਹੈ, ਸਿਹਤਮੰਦ ਹੋ। ਮੱਝਾਂ ਨੂੰ ਸਰਦੀਆਂ ਵਿੱਚ ਆਮ ਤੌਰ ਤੇ ਸਾਫ਼ ਕਿਉਂ ਨਹੀਂ ਰੱਖਿਆ ਜਾਂਦਾ? ਸਾਫ ਜਰਾ ਸਰਦੀ ਸੁਰਦੀ ਆ, ਮੌਸਮ ਇਸ ਤਰ੍ਹਾਂ ਦਾ ਹੀ ਹੈ। ਅੱਛਾ। ਮੌਸਮ ਹੀ ਨਹੀਂ ਏਡਾ ਕੋ ਫੱਬਿਆ ਅੱਛਾ। ਤੇ ਨਹੀਂ, ਮਈਆਂ ਨੂੰ ਇਨਸ਼ਾਅੱਲਾ ਕੂਚ ਕਾਜ ਤੇ ਰੱਖੀਦਾ, ਦੂਸਰੇ ਤੀਸਰੇ ਦਿਨ ਨਵਾਈਦਾ। ਔਰ ਮਾਲਦਾਰੀ ਆ ਫਿਰ ਇਹਦੇ ਵਿੱਚ ਡੰਗਰ। ਮੱਝਾਂ ਦੁੱਧ ਗਰਮੀ ਵਿੱਚ ਵੱਧ ਦਿੰਦੀਆਂ ਨੇ ਜਾਂ ਸਰਦੀ ਵਿੱਚ ਵੱਧ ਦਿੰਦੀਆਂ ਨੇ? ਮੌਸਮ ਤੇ ਦੋਵੇਂ ਚੰਗੇ ਨੇ। ਜੇ ਬੰਦਾ ਅਕਲਮੰਦੀ ਨਾਲ ਬੰਦਾ ਕਾਰੋਬਾਰ ਇਹਨਾਂ ਦਾ ਕਰੇ, ਇਹਨਾਂ ਨੂੰ ਪੱਠਾ ਛੜਾ ਧਿਆਨ ਨਾਲ ਪਾਏ ਤਾਂ ਮੌਸਮ ਤੇ ਕੋਈ ਵੀ ਨਹੀਂ ਮਾੜਾ। ਅੱਛਾ, ਜਾਨਵਰਾਂ ਦੇ ਹਿਸਾਬ ਨਾਲ ਜਗ੍ਹਾ ਕਿੰਨੀ ਕੁ ਬਣਾਈ ਜੇ? ਮਤਲਬ ਇੱਕ ਜਾਨਵਰ ਤੋਂ ਦੂਸਰੇ ਜਾਨਵਰ ਦਾ ਫਾਸਲਾ ਕਿੰਨਾ ਕੁ ਰੱਖਦੇ ਹੋ ਤੁਸੀਂ? ਤੇ ਤਕਰੀਬਨ ਹੋਣਾ ਕੋਈ 4 ਫੁੱਟ 3.5 4 ਫੁੱਟ। ਤੇ ਗਰਮੀ ਦੇ ਵਿੱਚ ਇਹਨਾਂ ਨੂੰ ਕਿੱਥੇ ਰੱਖਦੇ ਹੋ? ਕਿਉਂਕਿ ਜਗ੍ਹਾ ਤੁਹਾਡੀ ਸਾਰੀ ਓਪਨ ਸਾਨੂੰ ਨਜ਼ਰ ਆ ਰਹੀ ਹੈ। ਜਗ੍ਹਾ ਜੀ ਬਰਾਂਡਾ ਬਣਾਇਆ, ਉਹਦੇ ਉੱਤੇ ਪੱਖੇ ਛੇ ਲਾਏ ਨੇ। ਉਹ ਕਿੱਥੇ? ਉਹ ਵਾਲਾ? ਹਾਂਜੀ। ਉਹ ਬਰਾਮਦਾ, ਉਹਦੀ ਲੰਬਾਈ ਚੌੜਾਈ ਦੱਸ ਸਕਦੇ ਹੋ? ਲੰਬਾਈ ਜਿਹੜੀ ਆ ਉਹ 65 ਫੁੱਟ ਹੈ। ਅੱਛਾ। ਤੇ ਚੜਾਈ ਜਿਹੜੀ ਆ ਉਹ 16 ਫੁੱਟ ਅੰਦਰ ਹੈ। 2 ਠੀਕ ਹੈ। ਫੁੱਟ ਦਾ ਸ਼ੇਰ ਹੈ। ਤੇ ਕਿੰਨੇ ਕੁ ਜਾਨਵਰ ਅੰਦਰ ਸਮਾ ਜਾਂਦੇ ਜੇ? ਡੰਗਰ ਤੇ ਵੱਜ ਜਾਂਦੇ ਨੇ, 20-22 ਮਈਆਂ ਵੱਜ ਜਾਂਦੀਆਂ। ਠੀਕ ਹੋ ਗਿਆ। ਤੇ ਸਰਦੀਆਂ ਵਿੱਚ ਵੀ ਸਾਰੇ ਜਾਨਵਰ ਉੱਥੇ ਮੁੰਤਕਲ ਕਰਦੇ ਹੋ? ਹਾਂਜੀ। ਗਰਮੀਆਂ ਵਿੱਚ? ਤੇ ਇਹਨਾਂ ਦਾ ਕੋਈ ਆਪਣਾ ਤਲਾਸ਼ ਦਾ ਨਹਾਉਣ ਧੋਣ ਦਾ ਬੰਦੋਬਸਤ ਕੀ ਰੱਖਿਆ? ਫਿਲਹਾਲ ਤੇ ਕੋਈ ਨਹੀਂ, ਉਹਨੇ ਮੋਟਰ ਛੋਟਰ ਲਵਾਈ ਆ, ਬਣਾਉਣ ਦਾ ਇਰਾਦਾ। ਸਫਾਈ ਸੁਥਰਾਈ ਦਾ ਇੰਤਜ਼ਾਮ ਸ਼ੈੱਡ ਦੀ ਕਿੰਨੀ ਦੇਰ ਬਾਅਦ ਕਰਦੇ ਹੋ? ਦਿਹਾੜੀ ਵਿੱਚ ਕਿੰਨੇ ਵਾਰੀ ਕਰਦੇ ਹੋ? ਰੋਜ਼ਾਨਾ ਹੀ ਬਿਨਾਂ ਨਾਗਾ ਕਰੀ ਦੀ ਆ, ਤੇ ਜਦੋਂ ਵੀ ਗੋਬਰ ਡੰਗਰ ਕਰਦੇ ਨੇ ਉਦੋਂ ਹੀ ਨਾਲ ਹੀ ਚੁੱਕ ਲਈਦੇ। ਮੁਲਾਜ਼ਮ ਐਨੇ ਜਾਨਵਰਾਂ ਵਾਸਤੇ ਕਿੰਨੇ ਕ ਬੰਦਾ ਰੱਖੇ ਤੇ ਕੰਮ ਚੱਲ ਜਾਂਦਾ ਹੈ? ਜੇ ਅਸੀਂ 2 ਭਾਈ ਆ ਅਲਹਮਦੁਲਿਲਾ ਇਸ ਕਾਰੋਬਾਰ ਤੇ ਦੁੱਧ ਵੀ 2 ਟਾਈਮ ਖੜਨਾ ਹੁੰਦਾ
ਸ਼ਾਮ ਨੂੰ ਤੇ ਦੁੱਧ ਹੀ ਇੱਥੇ ਲੈ ਜਾਂਦਾ ਤੇ ਸਵੇਰੇ ਮੈਂ ਖੜ ਕੇ ਦੇਣਾ ਹੂੰ। ਤੇ ਭਾਈ ਮੇਰਾ ਤੇ ਮੈਂ ਕੰਮ ਨੂੰ ਇਸ ਨੂੰ ਸੰਭਾਲੀ ਜਾਂਦੇ ਆ। ਤੁਸੀਂ ਬੜੇ ਖੁਸ਼ ਪੁਰਇਤਮਾਦ ਤੇ ਉਮੀਦ ਵਾਲੇ ਬੰਦੇ ਹੋ। ਇੱਕ ਬੰਦਾ ਕਹਿ ਰਿਹਾ ਸੀ ਕਿ ਮੱਝਾਂ ਦੇ ਕਾਰੋਬਾਰ ਵਿੱਚ ਹੋਸ਼ ਨਹੀਂ ਆਉਂਦੀ, ਤੁਸੀਂ ਕਿਹਾ ਕਿ ਜ਼ਾਹਰੀ ਤੌਰ ਤੇ ਹੋਸ਼ ਨਹੀਂ ਆਉਂਦੀ, ਅੰਦਰੂਨੀ ਤੌਰ ਤੇ ਮਾਸ਼ਾਅੱਲਾ ਮਾਲੋ ਮਾਲ ਬੰਦਾ ਹੋ ਜਾਂਦਾ ਹੈ। ਹਾਂਜੀ, ਕੀ ਸਮਝਦੇ ਹੋ ਕਿ ਇਹ ਕਾਰੋਬਾਰ ਵਿੱਚ ਬੰਦਾ ਅਮੀਰ ਹੋ ਸਕਦਾ ਹੈ? ਹੋ ਸਕਦਾ ਜੇ ਦਿਆਨਾਦਾਰੀ ਨਾਲ ਕੰਮ ਬੰਦਾ ਕਰੇ ਤੇ। ਤੁਹਾਡੀ ਗੱਲ ਹੈ ਕਿ ਸ਼ਰਤ ਦਿਆਨਾਦਾਰੀ ਹੈ, ਅਗਰ ਇਮਾਨਦਾਰੀ ਨਾਲ ਕੰਮ ਕਰੇਗਾ ਘਾਟਾ ਨਹੀਂ ਹੋ ਸਕਦਾ। ਕੋਈ ਨਹੀਂ। ਵੈਰੀ ਗੁੱਡ। ਅੱਛਾ, ਹੁਣ ਐਂਡ ਤੇ ਬੇਸ਼ੁਮਾਰ ਦੁਨੀਆ ਤੋਂ ਲੋਕ ਤੁਹਾਨੂੰ ਵੇਖਣਾ ਦੇਖਦੇ ਪਏ ਨੇ ਤੇ ਇਹ ਮੱਝਾਂ ਦਾ ਕੰਮ ਕਰਨਾ ਚਾਹੁੰਦੇ ਨੇ, ਤੁਸੀਂ ਉਹਨਾਂ ਨੂੰ ਮੱਤ ਮਸ਼ਵਰਾ ਕੀ ਦੇਣਾ ਪਸੰਦ ਕਰੋਗੇ? ਨਹੀਂ ਤੇ ਚੋਚਵਾ ਕੇ ਜੀ ਤੇ ਕੋਸ਼ਿਸ਼ ਤੇ ਇਹ ਬੰਦੇ ਨੂੰ ਕਰਨੀ ਚਾਹੀਦੀ ਹੈ ਵੀ ਮਈ ਸੂਈ ਲਵੋ ਜੀ ਤੇ ਨਗਦ ਲਵੋ, ਧਾਰ ਨਾ ਕੋਸ਼ਿਸ਼ ਕਰੋ। ਠੀਕ। ਤੇ ਅਹਾਂ ਤੇ ਪਹਿਲਾਂ ਕੋਈ 2-4 ਸਾਲ ਖੰਗੜੀ ਮੈਂ ਲੈ ਕੇ ਚੰਗੀ ਤੋਂ ਚੰਗੀ ਵੰਨ ਲਵਾ ਕੇ ਤੇ ਸੁਆ ਲਾਇਆ। ਹੁਣ ਮੈਂ ਤਾਜੀ ਮੈਂ ਖੁਸ਼ ਹੋ ਕੇ ਖਰੀਦਣਾ। ਅੱਛਾ, ਇਹ ਵੀ ਹੁਣ ਐਂਡ ਤੇ ਦੱਸ ਛੜੋ ਕਿ ਇੱਕ ਬੰਦੇ ਕੋਲ ਜ਼ਮੀਨ ਹੈ ਨਹੀਂ, ਉਹ ਵੀ ਮੱਝਾਂ ਦਾ ਕੰਮ ਕਰ ਸਕਦਾ ਜਾਂ ਜ਼ਮੀਨ ਸ਼ਰਤ ਹੈ? ਜ਼ਮੀਨ ਤੇ ਹੋਣੀ ਚਾਹੀਦੀ ਹੈ, ਜੇ ਬੰਦੇ ਦੀ ਕੋਈ ਨਾ ਹੋਵੇ ਤੇ ਫਿਰ ਵੀ ਚਲੋ ਬੰਦਾ ਠੇਕੇ ਛਕੇ ਲੈ ਕੇ। ਤੂੜੀ ਕਿੰਨੀ ਕੁ ਸਟੋਰ ਕਰ ਲੈਂਦੇ ਹੋ ਕਿੱਲਿਆਂ ਦੀ? ਤੂੜੀ ਕੋਈ 15-14 ਕਿੱਲੇ ਦੀ ਸਟੋਰ ਕਰ ਲਈਦੀ ਹੈ ਜੀ। ਤੇ ਲੰਘ ਜਾਂਦਾ ਤੁਹਾਡਾ ਸੀਜ਼ਨ? ਹਾਂਜੀ। ਠੀਕ ਹੈ। ਤੁਹਾਡੀਆਂ ਗੱਲਾਂ ਸੁਣ ਕੇ ਲੋਕ ਮੁਤਾਸਰ ਹੋਣਗੇ ਤੇ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਣਗੇ ਜਾਂ ਮੱਝ ਖਰੀਦਣਾ ਚਾਹਣਗੇ, ਉਹਨਾਂ ਨੇ ਸਾਡੇ ਕੋਲੋਂ ਮੰਗਣਾ ਤੁਹਾਡਾ ਨੰਬਰ। ਆਪਣਾ ਨੰਬਰ ਦੇਣਾ ਲੋਕਾਂ ਨੂੰ ਪਸੰਦ ਕਰੋਗੇ? ਕਰਾਂਗੇ ਨਾ, ਕਰਨ ਵਾਲੀ ਕਿਹੜੀ ਗੱਲ ਹੈ। ਤੇ ਫਿਰ ਨੰਬਰ ਬੋਲੋ ਆਪਣਾ। 0341 ਜੀ 4210 212। ਠੀਕ ਹੈ ਕਮਰ ਸਾਹਿਬ, ਬੜੀਆਂ ਸੋਹਣੀਆਂ ਗੱਲਾਂ। ਮੈਂ ਉਮੀਦ ਕਰਨਾ ਕਿ ਇਹ ਗੱਲਾਂ ਤੁਹਾਡੇ ਵਾਸਤੇ ਇਨਸ਼ਾਅੱਲਾ ਸਦਕਾ ਜਾਰੀਆ ਬਣ ਜਾਣਗੀਆਂ। ਇਹ ਗੱਲਾਂ ਦਾ ਸਾਰੇ ਪਾਕਿਸਤਾਨੀਆਂ ਨੂੰ ਬਲਕਿ ਦੁਨੀਆ ਤੋਂ ਦੇਖਣ ਵਾਲੇ ਲੋਕਾਂ ਨੂੰ ਫਾਇਦਾ ਹੋਏਗਾ। ਤੁਹਾਡੇ ਦੋਵਾਂ ਵੀਰਾਂ ਦੀ ਵਾਹਵਾ ਸਾਰੀ ਮਿਹਰਬਾਨੀ। ਬਹੁਤ ਸ਼ੁਕਰੀਆ ਜੀ।